हाँ जी दोस्तों, एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਕੇਂਦਰੀ ਵਿਦਿਆਲਿਆ ਦੇ ਵਿੱਚ ਆਫਿਸਰਸ, ਟੀਚਿੰਗ ਐਂਡ ਨਾਨ ਟੀਚਿੰਗ ਸਟਾਫ ਦੀਆਂ ਜੀ ਅਸਾਮੀਆਂ ਆਈਆਂ ਨੇ। ਤੁਹਾਨੂੰ ਪਤਾ ਹੀ ਹੈ ਜੀ, ਇਹਦਾ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਜੀ। ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਹੜੀਆਂ-ਕਿਹੜੀਆਂ ਪੋਸਟਾਂ ਨੇ, ਕਿਵੇਂ ਤੁਸੀਂ ਅਪਲਾਈ ਕਰਨਾ ਹੈ, ਕਿ ਕਿਵੇਂ ਅਪਲਾਈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ। ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ। ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਜੀ, ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ, ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ, ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ, ਨੋਟੀਫਿਕੇਸ਼ਨ ਆਉਂਦਾ ਉਸ ਸੰਬੰਧੀ ਜਾਣਕਾਰੀ, ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ, ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ, ਕੋਈ ਨਵਾਂ ਅਪਡੇਟ ਆਉਂਦਾ, ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ, ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀਆਂ ਪੋਸਟਾਂ ਆਉਂਦੀਆਂ ਨੇ ਜਾਂ ਭਰਤੀ ਆਉਂਦੀ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ, ਉਸ ਦੀ PDF ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ, ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਨੂੰ ਪਤਾ ਹੀ ਹੈ ਜੀ, ਕੇਂਦਰੀ ਵਿਦਿਆਲਿਆ ਸੰਗਠਨ ਯਾਨੀ ਕਿ KVS ਦੇ ਵੱਲੋਂ ਜੀ ਬਹੁਤ ਸਾਰੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਅਤੇ ਉਸ ਦਾ ਡਿਟੇਲਡ ਨੋਟੀਫਿਕੇਸ਼ਨ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਉਹ ਇੰਤਜ਼ਾਰ ਖਤਮ ਹੋਇਆ ਅਤੇ ਤੁਹਾਨੂੰ ਜੋ ਹੈ ਡਿਟੇਲਡ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਦੇ ਵਿੱਚ ਜੋ ਵੀ ਪੋਸਟਾਂ ਆਈਆਂ ਨੇ ਉਸ ਨੂੰ ਤਾਂ ਤੁਸੀਂ ਔਨਲਾਈਨ ਮੋਡ ਰਾਹੀਂ ਅਪਲਾਈ ਕਰਨਾ ਹੈ, ਜੋ ਕਿ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ www.kvs-sangathan.nic.in ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ। ਅਤੇ ਜੋ ਪੇਪਰ ਹੋਵੇਗਾ ਇਸ ਦੇ ਲਈ ਜੀ, ਇਹਨਾਂ ਪੋਸਟਾਂ ਦੇ ਲਈ ਕੰਪਿਊਟਰ ਬੇਸਡ ਟੈਸਟ ਲਿਆ ਜਾਵੇਗਾ ਜੀ। ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਅਗਰ ਕੋਈ ਵੀ ਕੈਂਡੀਡੇਟ ਸਿਲੈਕਟ ਹੁੰਦਾ ਹੈ ਤਾਂ ਉਸ ਨੂੰ ਇੰਡੀਆ ਦੇ ਵਿੱਚ ਕਿਤੇ ਵੀ ਪੋਸਟ ਕੀਤਾ ਜਾ ਸਕਦਾ ਹੈ ਜੀ। ਇਨੀਸ਼ੀਅਲ ਪੋਸਟਿੰਗ ਹੋਵੇਗੀ ਐਜ਼ ਪਰ ਦਾ ਰਿਕੁਆਇਰਮੈਂਟ ਆਫ ਦਾ ਆਰਗੇਨਾਈਜੇਸ਼ਨ। ਹੁਣ ਤੁਹਾਨੂੰ ਦੱਸਦੇ, ਸਭ ਤੋਂ ਪਹਿਲਾਂ ਜੀ ਪੋਸਟ ਅਨਾਊਂਸ ਕੀਤੀ ਗਈ ਜੀ ਅਸਿਸਟੈਂਟ ਕਮਿਸ਼ਨਰ ਦੀਆਂ ਪੋਸਟਾਂ ਨੇ, ਜਿਸ ਦੇ ਵਿੱਚ ਟੋਟਲ 52 ਪੋਸਟਾਂ ਨੇ, ਜਿਸ ਨੂੰ ਆਫੀਸ਼ੀਅਲ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਗਿਆ। ਜਨਰਲ ਦੇ ਲਈ 28 ਪੋਸਟਾਂ ਨੇ ਜੀ, OBC NCL 14 ਪੋਸਟਾਂ ਨੇ, SC ਲਈ 7 ਅਤੇ ST ਲਈ 3, HH ਲਈ 1 ਜੀ। ਤੁਹਾਨੂੰ ਦੱਸਦੀ ਕਿ ਵੀਡੀਓ ਲੰਬੀ ਹੋਵੇਗੀ, ਅਤੇ ਇਸ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਣਾ ਜੀ। ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਇਆ। ਉਸ ਤੋਂ ਬਾਅਦ ਪ੍ਰਿੰਸੀਪਲ ਦੀਆਂ ਪੋਸਟਾਂ ਨੇ। ਪੋਸਟਾਂ ਦੀ ਗਿਣਤੀ ਟੋਟਲ ਹੈਗੀ ਹੈ ਜੀ 239 ਪੋਸਟਾਂ ਨੇ, ਜਿਹਦੇ ਵਿੱਚ ਜਨਰਲ ਕੈਟੇਗਰੀ ਲਈ 123 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ, OBC ਲਈ 64 ਪੋਸਟਾਂ ਨੇ, SC ਲਈ 35 ਪੋਸਟਾਂ ਨੇ, ST ਲਈ 17 ਪੋਸਟਾਂ ਨੇ ਜੀ, OH 14 ਅਤੇ HH ਲਈ 4 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। ਵਾਈਸ ਪ੍ਰਿੰਸੀਪਲ ਦੀ ਪੋਸਟ ਹੈ ਜੀ। ਪੋਸਟਾਂ ਦੀ ਗਿਣਤੀ ਟੋਟਲ 203 ਹੈ ਜੀ, ਜਿਸ ਨੂੰ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਗਿਆ। 104 ਪੋਸਟ ਹੈ ਜਨਰਲ ਲਈ, OBC ਲਈ 54 ਅਤੇ SC ਲਈ 30 ਅਤੇ ST ਲਈ 15 ਜੀ। OH 2, VH 3 ਅਤੇ HH 2 ਇਹ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਕੈਟੇਗਰੀ ਵਾਈਜ਼। ਹੁਣ ਆਪਾਂ PGT ਟੀਚਰ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਵਿਸ਼ੇ ਦੇ ਅਲੱਗ-ਅਲੱਗ ਜੋ ਹੈ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਟੋਟਲ ਪੋਸਟਾਂ ਨੇ ਜੀ 594, ਜਿਸ ਦੇ ਵਿੱਚ ਹਿੰਦੀ, ਇੰਗਲਿਸ਼, ਫਿਜ਼ਿਕਸ, ਕੈਮਿਸਟਰੀ, ਮੈਥ, ਬਾਇਓਲੋਜੀ, ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ, ਕਮਰਸ, ਕੰਪਿਊਟਰ ਸਾਇੰਸ ਅਤੇ ਬਾਇਓਟੈਕਨੋਲੋਜੀ ਦੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਕੈਟੇਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ ਜੀ 594 ਤਾਂ ਜਨਰਲ ਦੇ ਲਈ ਟੋਟਲ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। ਟੋਟਲ ਕੈਟੇਗਰੀ ਸਾਰੀਆਂ ਨੂੰ ਮਿਲਾ ਕੇ 1409 ਪੋਸਟਾਂ ਨੇ ਜੀ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਟੇਗਰੀ ਵਾਈਜ਼ ਡਿਵਾਈਡ ਕੀਤੀਆਂ ਹੋਈਆਂ ਨੇ। ਹਿੰਦੀ ਦੀਆਂ 172 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਇੰਗਲਿਸ਼ ਦੀਆਂ 158 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਫਿਜ਼ਿਕਸ ਦੀਆਂ 135 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਕੈਮਿਸਟਰੀ ਦੀਆਂ 167 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਮੈਥ ਦੀਆਂ 184 ਪੋਸਟਾਂ ਨੇ ਜੀ, ਬਾਇਓ ਦੀਆਂ 151 ਪੋਸਟਾਂ ਨੇ, ਹਿਸਟਰੀ ਦੀਆਂ 63 ਪੋਸਟਾਂ ਨੇ, ਜਿਓਗ੍ਰਾਫੀ ਦੀਆਂ 70 ਪੋਸਟਾਂ ਨੇ ਜੀ, ਇਕਨੋਮਿਕਸ ਦੀਆਂ 97 ਪੋਸਟਾਂ ਨੇ, ਕਮਰਸ ਦੀਆਂ 66 ਪੋਸਟਾਂ ਨੇ, ਕੰਪਿਊਟਰ ਸਾਇੰਸ ਦੀਆਂ 142 ਪੋਸਟਾਂ ਅਤੇ ਬਾਇਓਟੈਕਨੋਲੋਜੀ ਦੀਆਂ 4 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਕੈਟੇਗਰੀ ਵਾਈਜ਼ ਵੀਡੀਓ ਨੂੰ ਪਾਜ਼ ਕਰਕੇ ਵੀ ਦੇਖ ਲੈਣਾ ਜੀ ਤੁਸੀਂ। ਉਸ ਤੋਂ ਬਾਅਦ TGT ਦੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਟੋਟਲ ਪੋਸਟਾਂ ਨੇ ਜੀ 3176। ਜਨਰਲ ਲਈ 1305 ਨੇ, 854 OBC ਲਈ ਨੇ, 471 SC ਲਈ ਨੇ, ਅਤੇ ST ਲਈ 233 ਨੇ, ਅਤੇ 313 EWS ਲਈ ਨੇ ਜੀ। OH 51, VH 29 ਅਤੇ HH 6 ਅਤੇ ਅਦਰਸ ਲਈ 4 ਪੋਸਟਾਂ ਨੇ ਜੀ। ਸਬਜੈਕਟ ਨੋਟ ਕਰੋ ਜੀ, ਹਿੰਦੀ, ਇੰਗਲਿਸ਼, ਸੰਸਕ੍ਰਿਤ, ਸੋਸ਼ਲ ਸਟੱਡੀ, ਮੈਥੇਮੈਟਿਕਸ, ਸਾਇੰਸ P&HE, ਆਰਟ ਐਜੂਕੇਸ਼ਨ ਅਤੇ ਵੀ ਇਹ ਸਬਜੈਕਟ ਨੇ ਜੀ, ਜਿਸ ਦੇ ਵਿੱਚ ਹਿੰਦੀ ਲਈ 377 ਪੋਸਟਾਂ ਨੇ, 401 ਇੰਗਲਿਸ਼ ਲਈ ਜੀ, ਸੰਸਕ੍ਰਿਤ ਲਈ 245, ਸੋਸ਼ਲ ਸਟੱਡੀ ਲਈ 298, ਮੈਥੇਮੈਟਿਕਸ ਲਈ 426 ਪੋਸਟਾਂ ਨੇ ਜੀ, 304 ਪੋਸਟਾਂ ਨੇ ਸਾਇੰਸ P&HE ਦੇ ਲਈ ਜੀ,
435 ਨੇ ਆਰਟ ਐਜੂਕੇਸ਼ਨ ਲਈ 251 ਅਤੇ 20 ਦੇ ਲਈ ਜੀ 339 ਪੋਸਟਾਂ ਅਨਾਊਂਸ ਕਰ ਦਿੱਤੀਆਂ ਗਈਆਂ ਨੇ ਜੀ। ਲਾਇਬ੍ਰੇਰੀਅਨ ਦੀਆਂ ਪੋਸਟਾਂ ਦੀ ਗਿਣਤੀ 355 ਹੈ ਜੀ, ਜਿਸ ਨੂੰ ਕੈਟੇਗਰੀ ਵਾਈਜ਼ ਡਿਵਾਈਡ ਕੀਤਾ ਹੋ ਗਿਆ ਹੈ ਜੀ। ਜਨਰਲ ਲਈ 146 ਜੀ, OBC ਲਈ 95, SC ਲਈ 53, ST ਲਈ 26 ਅਤੇ EWS ਲਈ 35, OH ਹੈ 6, HH ਹੈ 5 ਪੋਸਟਾਂ ਜੀ। ਪ੍ਰਾਇਮਰੀ ਟੀਚਰ ਮਿਊਜ਼ਿਕ ਦੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਟੋਟਲ ਪੋਸਟਾਂ 303 ਨੇ ਜੀ। ਜਨਰਲ 124, OBC 81, SC 46, ST 22 ਅਤੇ EWS ਦੇ ਲਈ 30 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। OH 5 ਅਤੇ BH 5 ਪੋਸਟਾਂ ਅਨਾਊਂਸ ਕਰ ਦਿੱਤੀਆਂ ਗਈਆਂ ਨੇ ਜੀ ਪ੍ਰਾਇਮਰੀ ਟੀਚਰ ਮਿਊਜ਼ਿਕ ਲਈ। ਫਾਈਨਾਂਸ ਆਫਿਸਰ ਦੀ ਪੋਸਟ ਹੈ ਜੀ। ਪੋਸਟਾਂ ਦੀ ਗਿਣਤੀ ਟੋਟਲ 6 ਹੈ ਜੀ, ਜਿਸ ਨੂੰ ਜਨਰਲ ਦੇ ਲਈ 4 ਜੀ, OBC ਲਈ 1 ਅਤੇ SC ਲਈ 1 ਪੋਸਟ ਜੋ ਹੈ ਡਿਵਾਈਡ ਕਰ ਦਿੱਤੀ ਗਈ ਹੈ ਜੀ। HH ਉਹਦੇ ਵਿੱਚੋਂ 1 ਪੋਸਟ ਹੈ ਜੀ। ਅਸਿਸਟੈਂਟ ਇੰਜੀਨੀਅਰ ਸਿਵਲ ਦੀਆਂ ਪੋਸਟਾਂ ਨੇ। ਟੋਟਲ ਪੋਸਟਾਂ ਦੀ ਗਿਣਤੀ 2 ਹੈ, ਜੋ ਕਿ SC ਅਤੇ ਜਨਰਲ ਦੇ ਲਈ ਇੱਕ ਰਾਖਵੀਂ ਰੱਖੀ ਗਈ ਹੈ। ਅਸਿਸਟੈਂਟ ਸੈਕਸ਼ਨ ਆਫਿਸਰ ਦੀਆਂ ਪੋਸਟਾਂ ਨੇ, ਜਿਸ ਦੇ ਵਿੱਚ ਟੋਟਲ ਪੋਸਟਾਂ 156 ਨੇ। ਜਨਰਲ ਲਈ 65, OBC ਲਈ 42, NCL SC ਲਈ 23, ST ਲਈ 11, EWS ਲਈ 15 ਪੋਸਟਾਂ ਅਨਾਊਂਸ ਕਰ ਦਿੱਤੀਆਂ ਗਈਆਂ ਨੇ ਜੀ। ਹਿੰਦੀ ਟਰਾਂਸਲੇਟਰ ਲਈ ਜੀ ਟੋਟਲ ਪੋਸਟਾਂ ਨੇ 11, ਜਿਸ ਨੂੰ ਡਿਵਾਈਡ ਕੀਤਾ ਗਿਆ ਜਨਰਲ ਲਈ 7, OBC NCL ਦੀ 2, SC ਲਈ 1, ST ਲਈ 0 ਅਤੇ EWS ਲਈ 1 ਪੋਸਟ ਅਨਾਊਂਸ ਕਰ ਦਿੱਤੀ ਗਈ ਹੈ ਜੀ। ਸੀਨੀਅਰ ਸਕੈਟਰੇਟ ਅਸਿਸਟੈਂਟ ਦੀ ਪੋਸਟ ਹੈ ਜੀ। ਟੋਟਲ ਪੋਸਟਾਂ ਦੀ ਗਿਣਤੀ 322 ਹੈ। ਜਨਰਲ ਦੇ ਲਈ 132, OBC ਲਈ 86, SC ਲਈ 48, ST ਲਈ 24 ਅਤੇ EWS ਲਈ 32 ਪੋਸਟਾਂ ਕੈਟੇਗਰੀ ਵਾਈਜ਼ ਡਿਵਾਈਡ ਕੀਤੀਆਂ ਗਈਆਂ ਨੇ। OH ਲਈ 4 ਜੀ, BH 3, HH 3, ਐਕਸ ਸਰਵਿਸਮੈਨ ਦੀਆਂ 32 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਜੂਨੀਅਰ ਸਕੈਟਰੇਟ ਅਸਿਸਟੈਂਟ ਦੀਆਂ ਟੋਟਲ ਪੋਸਟਾਂ 702 ਨੇ ਜੀ। 286 ਜਨਰਲ ਦੇ ਲਈ, OBC NCL ਦੇ ਲਈ 199 ਅਤੇ SC 105 ਜੀ, ST 52, EWS ਲਈ 70 ਪੋਸਟਾਂ ਅਨਾਊਂਸ ਕਰ ਦਿੱਤੀਆਂ ਗਈਆਂ ਨੇ ਜੀ, ਜਿਸ ਦੇ ਵਿੱਚੋਂ 8 OH, VH ਲਈ 8, HH ਲਈ 7 ਅਤੇ ਐਕਸ ਸਰਵਿਸਮੈਨ ਲਈ 70 ਪੋਸਟਾਂ ਨੇ ਜੀ। ਸਟੈਨੋਗ੍ਰਾਫਰ ਗ੍ਰੇਡ 2 ਦੀਆਂ ਪੋਸਟਾਂ ਨੇ। ਟੋਟਲ ਪੋਸਟਾਂ ਦੀ ਗਿਣਤੀ 54 ਹੈ, ਜਿਸ ਦੇ ਵਿੱਚ ਜਨਰਲ ਲਈ 23, OBC ਲਈ NCL ਲਈ 14, SC ਲਈ 8, ST ਲਈ 4 ਅਤੇ EWS ਲਈ 5, ਜਿਹਦੇ ਵਿੱਚ OH ਲਈ 1, BH ਦੀ 1 ਪੋਸਟ ਅਨਾਊਂਸ ਕਰ ਦਿੱਤੀ ਗਈ ਜੀ। ਇਹ ਪੋਸਟਾਂ ਨੇ ਜੀ ਅਨਾਊਂਸ ਕੀਤੀਆਂ ਗਈਆਂ ਨੇ। ਪੇ ਸਕੇਲ ਦੀ ਗੱਲ ਕਰੀਏ, ਅਸਿਸਟੈਂਟ ਕਮਿਸ਼ਨਰ ਲਈ ਜੀ 78,800 ਤੋਂ ਲੈ ਕੇ 2,92,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ। ਏਜ ਲਿਮਟ ਹੈ ਜੀ 50 ਸਾਲ ਦੀ ਉਮਰ ਤੁਹਾਡੀ ਹੱਦ ਰੱਖੀ ਗਈ ਹੈ ਜੀ। ਅਸਿਸਟੈਂਟ ਕਮਿਸ਼ਨਰ ਲਈ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਐਕੈਡੈਮਿਕ ਦੀ ਗੱਲ ਕਰੀਏ ਤਾਂ ਮਾਸਟਰ ਡਿਗਰੀ ਤੁਹਾਡੀ ਹੋਵੇ ਮਾਨਤਾ ਪ੍ਰਾਪਤ ਸੰਸਥਾ ਤੋਂ 45% ਮਾਰਕਸ ਨਾਲ ਜੀ। BEd ਦਾ ਇਸ ਦੇ ਬਰਾਬਰ ਦੀ ਯੋਗਤਾ ਪਲੱਸ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ ਜੀ। ਪਰਸਨ ਹੋਲਡਿੰਗ ਦਾ ਪੋਸਟ ਆਫ ਪ੍ਰਿੰਸੀਪਲ ਇਨ ਦਾ ਪੇ ਬੈਂਡ ਆਫ 15,600 ਤੋਂ ਲੈ ਕੇ 39,100 ਵਿਦ ਗ੍ਰੇਡ ਪੇ ਆਫ 7600 7th CPC ਦੇ ਤਹਿਤ ਜੀ। ਤੁਸੀਂ 3 ਸਾਲ ਦਾ ਤਜਰਬਾ ਰੱਖਦੇ ਹੋ ਅਤੇ ਕੰਪਿਊਟਰ ਐਪਲੀਕੇਸ਼ਨ ਦੀ ਜਾਣਕਾਰੀ ਹੈ, ਤਾਂ ਤੁਸੀਂ ਇਹ ਪੋਸਟ ਦੇ ਲਈ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਹੈ ਜੀ ਪ੍ਰਿੰਸੀਪਲ ਦੀਆਂ ਪੋਸਟਾਂ, ਜਿਸ ਦੇ ਵਿੱਚ ਪੇ ਸਕੇਲ 78,800 ਤੋਂ ਲੈ ਕੇ 2,92,100 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ। ਮਿਨੀਮਮ 35 ਸਾਲ ਅਤੇ 50 ਸਾਲ ਦੀ ਉਮਰ ਹੱਦ ਰੱਖੀ ਗਈ ਹੈ ਜੀ। ਮਾਸਟਰ ਡਿਗਰੀ ਤੁਹਾਡੀ ਕੰਪਲੀਟ ਹੋਣੀ ਚਾਹੀਦੀ। BEd ਅਤੇ ਇਸ ਦੇ ਬਰਾਬਰ ਦੇ ਡਿਗਰੀ ਹੋਵੇ ਜੀ। ਐਕਸਪੀਰੀਅੰਸ ਹੋਣਾ ਚਾਹੀਦਾ ਅਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਪੇ ਲੈਵਲ ਹੋਣਾ ਚਾਹੀਦਾ ਹੈ ਜੀ ਇਸ ਪ੍ਰਕਾਰ, ਅਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਵਾਈਸ ਪ੍ਰਿੰਸੀਪਲ ਦੀ ਪੋਸਟ ਲਈ 56,100 ਤੋਂ ਲੈ ਕੇ 1,77,500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ। 35 ਤੋਂ 45 ਸਾਲ ਉਮਰ ਸੀਮਾ ਰੱਖੀ ਗਈ ਹੈ। ਮਾਸਟਰ ਡਿਗਰੀ ਤੁਹਾਡੀ ਕੀਤੀ ਹੈ, BEd ਕੀਤੀ ਹੈ ਅਤੇ ਐਕਸਪੀਰੀਅੰਸ ਹੈ ਤੁਹਾਨੂੰ ਜੀ, ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਜੀ। ਇਹ ਤੁਹਾਨੂੰ ਐਕਸਪੀਰੀਅੰਸ ਅਤੇ ਇਸ ਦੇ ਲਈ ਜੋ ਮੰਗ ਰੱਖੀ ਗਈ ਹੈ ਜੀ, ਇਹ ਤੁਹਾਡੀ ਜੋ ਐਲੀਜੀਬਿਲਟੀ ਬਣਨੀ ਚਾਹੀਦੀ ਹੈ ਜੀ। ਪੋਸਟ ਗ੍ਰੈਜੂਏਟ ਟੀਚਰ ਦੀਆਂ ਪੋਸਟਾਂ ਨੇ, ਤੁਸੀਂ ਦੇਖ ਸਕਦੇ ਹੋ ਜੀ, ਅਲੱਗ-ਅਲੱਗ ਵਿਸ਼ਿਆਂ ਦੀਆਂ ਪੋਸਟਾਂ ਨੇ। ਇਸ ਦੇ ਵਿੱਚ 47,600 ਰੁਪਏ ਤੋਂ ਲੈ ਕੇ 1,51,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਐਜੂਕੇਸ਼ਨ ਕੁਆਲੀਫਿਕੇਸ਼ਨ 1 ਤੋਂ ਲੈ ਕੇ 10 ਤੱਕ ਪੋਸਟਾਂ ਦੇ ਲਈ ਜੀ ਤੁਸੀਂ ਨੋਟ ਕਰ ਸਕਦੇ ਹੋ। 2 ਸਾਲ ਦਾ ਇੰਟੀਗ੍ਰੇਟਡ ਪੋਸਟ ਗ੍ਰੈਜੂਏਟ MSc ਕੋਰਸ ਜਾਂ ਆਫ ਰੀਜਨਲ ਕਾਲਜ ਆਫ ਐਜੂਕੇਸ਼ਨ ਆਫ NCERT ਇਨ ਦਾ ਸਬਜੈਕਟ ਕੰਸਰਨਡ, ਜਾਂ ਮਾਸਟਰ ਡਿਗਰੀ ਕੀਤੀ ਹੋਵੇ ਮਾਨਤਾ ਪ੍ਰਾਪਤ ਸੰਸਥਾ ਤੋਂ 50% ਮਾਰਕਸ ਦੇ ਨਾਲ, ਤਾਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਸਬਜੈਕਟ ਤੁਸੀਂ ਨੋਟ ਕਰ ਸਕਦੇ ਹੋ ਜੀ। PGT ਇੰਗਲਿਸ਼ ਲਈ ਇੰਗਲਿਸ਼, PGT ਹਿੰਦੀ ਲਈ ਹਿੰਦੀ ਜਾਂ ਸੰਸਕ੍ਰਿਤ ਜੀ। PGT ਫਿਜ਼ਿਕਸ ਲਈ ਫਿਜ਼ਿਕਸ, ਇਲੈਕਟ੍ਰੋਨਿਕਸ, ਅਪਲਾਈਡ ਫਿਜ਼ਿਕਸ ਅਤੇ ਨਿਊਕਲੀਅਰ ਫਿਜ਼ਿਕਸ। PGT ਕੈਮਿਸਟਰੀ ਲਈ ਕੈਮਿਸਟਰੀ, ਬਾਇਓਕੈਮਿਸਟਰੀ। PGT ਇਕਨੋਮਿਕਸ ਲਈ ਇਕਨੋਮਿਕਸ, ਅਪਲਾਈਡ ਇਕਨੋਮਿਕਸ, ਬਿਜ਼ਨਸ ਇਕਨੋਮਿਕਸ ਸਬਜੈਕਟ ਹੋਣਾ ਚਾਹੀਦਾ ਜੀ ਤੁਹਾਡਾ ਪੋਸਟ ਗ੍ਰੈਜੂਏਟ ਲੈਵਲ ਦੇ ਵਿੱਚ। PGT ਕਮਰਸ ਦੇ ਲਈ ਮਾਸਟਰ ਡਿਗਰੀ ਇਨ ਕਮਰਸ ਜੀ, ਚਾਹੇ ਹੋਲਡਰ ਆਫ ਡਿਗਰੀ ਆਫ MCom ਇਨ ਅਪਲਾਈਡ
ਬਿਜ਼ਨਸ ਇਕਨੋਮਿਕਸ ਸ਼ੈਲ ਨਾਟ ਬੀ ਐਲੀਜੀਬਲ, ਇਹ ਤੁਸੀਂ ਨੋਟ ਕਰ ਲੈਣਾ ਜੀ। PGT ਮੈਥੇਮੈਟਿਕਸ ਦੇ ਲਈ ਜੀ ਮੈਥੇਮੈਟਿਕਸ ਅਪਲਾਈਡ ਮੈਥੇਮੈਟਿਕਸ। PGT ਬਾਇਓ ਦੇ ਲਈ ਬੋਟਨੀ, ਜੂਲੋਜੀ, ਲਾਈਫ ਸਾਇੰਸ, ਬਾਇਓ ਸਾਇੰਸ, ਜੈਨੇਟਿਕਸ, ਮਾਈਕਰੋਬਾਇਓਲੋਜੀ, ਬਾਇਓਟੈਕਨੋਲੋਜੀ, ਮੋਲੀਕੂਲਰ ਬਾਇਓਲੋਜੀ, ਪਲਾਂਟ ਫਿਜ਼ੀਓਲੋਜੀ, ਪ੍ਰੋਵਾਈਡਡ ਦੇ ਹੈਵ ਸਟੱਡੀਡ ਬੋਟਨੀ ਐਂਡ ਜੂਲੋਜੀ ਐਟ ਗ੍ਰੈਜੂਏਸ਼ਨ ਲੈਵਲ ਜੀ। PGT ਹਿਸਟਰੀ ਦੇ ਲਈ ਹਿਸਟਰੀ ਸਬਜੈਕਟ ਹੋਵੇ ਜੀ। PGT ਜਿਓਗ੍ਰਾਫੀ ਲਈ ਜਿਓਗ੍ਰਾਫੀ ਹੋਣਾ ਜ਼ਰੂਰੀ ਹੈ। B.Ed ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਵੇ ਅਤੇ ਟੀਚਿੰਗ ਇਨ ਹਿੰਦੀ ਐਂਡ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਾਉਣ ਦਾ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਅਤੇ ਕੰਪਿਊਟਰ ਐਪਲੀਕੇਸ਼ਨ ਦੀ ਜ਼ਰੂਰ ਜਾਣਕਾਰੀ ਹੋਵੇ। ਕੰਪਿਊਟਰ ਸਾਇੰਸ ਦੀ ਪੋਸਟ ਦੇ ਲਈ ਜੀ 55% ਮਾਰਕਸ ਨਾਲ ਤੁਹਾਡੇ ਹੋਣੇ ਚਾਹੀਦੇ BE ਅਤੇ BTech ਜੀ, ਜਾਂ BE ਅਤੇ BTech ਐਨੀ ਸਟਰੀਮ ਦੇ ਵਿੱਚ ਜੀ। ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਫਰੋਮ ਅ ਰਿਕਗਨਾਈਜ਼ਡ ਯੂਨੀਵਰਸਿਟੀ। MSc ਕੰਪਿਊਟਰ ਸਾਇੰਸ MCA ਇਕੁਵਲੈਂਟ ਡਿਗਰੀ ਹੋਵੇ ਜੀ, ਜਾਂ BSc ਕੰਪਿਊਟਰ ਸਾਇੰਸ BCA ਹੋਵੇ ਜੀ, ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਂਡ ਪੋਸਟ ਗ੍ਰੈਜੂਏਟ ਡਿਗਰੀ ਇਨ ਐਨੀ ਸਬਜੈਕਟ ਹੋਵੇ ਜੀ, ਅਤੇ B ਲੈਵਲ ਆਫ ਡੋਇਕ ਐਂਡ ਪੋਸਟ ਗ੍ਰੈਜੂਏਟ ਜਾਂ ਡਿਗਰੀ ਇਨ ਐਨੀ ਸਬਜੈਕਟ ਹੋਵੇ ਜੀ, ਜਾਂ C ਲੈਵਲ ਦਾ ਡੋਇਕ ਲੈਵਲ ਦਾ ਜੋ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਐਂਡ ਗ੍ਰੈਜੂਏਸ਼ਨ ਸਰਟੀਫਿਕੇਟ ਹੋਵੇ। ਪ੍ਰੋਫੀਸ਼ੈਂਸੀ ਹੋਵੇ ਇਨ ਟੀਚਿੰਗ ਇਨ ਹਿੰਦੀ ਐਂਡ ਇੰਗਲਿਸ਼ ਦੇ ਵਿੱਚ ਜੀ। ਉਸ ਤੋਂ ਬਾਅਦ ਜੀ PGT ਬਾਇਓਟੈਕਨੋਲੋਜੀ ਦੇ ਲਈ ਜੀ 50% ਮਾਰਕਸ ਨਾਲ ਕਿਸੇ ਵੀ ਫੋਲੋਇੰਗ ਦੇ ਵਿੱਚ ਤੁਹਾਡੀ ਜੋ ਹੈ ਮਾਰਕਸ ਹੋਣੇ ਚਾਹੀਦੇ। ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਬਾਇਓਟੈਕਨੋਲੋਜੀ, ਜੈਨੇਟਿਕਸ, ਮਾਈਕਰੋਬਾਇਓਲੋਜੀ, ਲਾਈਫ ਸਾਇੰਸ ਅਤੇ ਬਾਇਓ ਸਾਇੰਸ ਦੇ ਵਿੱਚ ਬਾਇਓਕੈਮਿਸਟਰੀ ਦੇ ਵਿੱਚ 50% ਮਾਰਕਸ ਨਾਲ ਜੀ। ਹਿੰਦੀ ਅਤੇ ਇੰਗਲਿਸ਼ ਵਿਸ਼ੇ ਨਾਲ ਤੁਹਾਨੂੰ ਪੜ੍ਹਾਉਣ ਦਾ ਤਜਰਬਾ ਹੋਵੇ ਜੀ। TGT ਦੀ ਗੱਲ ਕਰੀਏ 44,900 ਤੋਂ ਲੈ ਕੇ 1,42,400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ। 35 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ, ਜਿਸ ਦੇ ਲਈ 1 ਤੋਂ ਲੈ ਕੇ 6 ਤੱਕ ਸੀਰੀਅਲ ਨੰਬਰ ਵਾਲਿਆਂ ਲਈ ਜੀ ਬੈਚਲਰ ਡਿਗਰੀ ਹੋਵੇ 50% ਮਾਰਕਸ ਨਾਲ ਜੀ। ਕੰਸਰਨ ਸਬਜੈਕਟ ਦੇ ਵਿੱਚ ਜੀ ਤੁਸੀਂ ਨੋਟ ਕਰ ਸਕਦੇ ਹੋ ਸਬਜੈਕਟ ਇੰਗਲਿਸ਼ ਲਈ ਇੰਗਲਿਸ਼ ਹੋਣਾ ਚਾਹੀਦਾ ਹੈ ਜੀ। ਇਨ ਆਲ 3 ਈਅਰ ਦੇ ਵਿੱਚ ਸਬਜੈਕਟ TGT ਹਿੰਦੀ ਲਈ ਹਿੰਦੀ ਸਬਜੈਕਟ ਹੋਵੇ 3 ਸਾਲਾਂ ਦੇ ਵਿੱਚ। TGT SST ਲਈ ਐਨੀ 2 ਆਫ ਸਬਜੈਕਟ ਹੋਣੇ ਚਾਹੀਦੇ ਜੀ। ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ, ਪੋਲ ਸਾਇੰਸ ਇਹਨਾਂ ਵਿੱਚੋਂ 2 ਹੋਣੇ ਚਾਹੀਦੇ ਜੀ। TGT ਸਾਇੰਸ ਲਈ ਬੋਟਨੀ, ਜੂਲੋਜੀ ਐਂਡ ਕੈਮਿਸਟਰੀ। TGT ਸੰਸਕ੍ਰਿਤ ਲਈ ਸੰਸਕ੍ਰਿਤ ਸਬਜੈਕਟ ਹੋਣਾ ਚਾਹੀਦਾ 3 ਸਾਲਾਂ ਦੇ ਵਿੱਚ ਜੀ। TGT ਮੈਥ ਲਈ ਬੈਚਲਰ ਡਿਗਰੀ ਇਨ ਮੈਥੇਮੈਟਿਕਸ ਹੋਵੇ ਫੋਲੋਇੰਗ 2 ਸਬਜੈਕਟ ਨਾਲ ਜੀ, ਫਿਜ਼ਿਕਸ, ਕੈਮਿਸਟਰੀ, ਇਲੈਕਟ੍ਰੋਨਿਕਸ, ਕੰਪਿਊਟਰ ਸਾਇੰਸ ਐਂਡ ਸਟੈਟਿਕਸ ਦੇ ਵਿੱਚ। B.Ed ਜ਼ਰੂਰੀ ਹੈ ਜੀ। ਪਾਸ ਹੋਵੇ ਤੁਹਾਡਾ CTET ਪੇਪਰ 2 ਕੰਡਕਟਡ ਬਾਈ CBSE ਅਕੋਰਡਿੰਗ ਟੂ ਦਾ ਗਾਈਡਲਾਈਨਜ਼ ਫਰੇਮਡ ਬਾਈ ਦਾ NCT, ਅਤੇ ਪ੍ਰੋਫੀਸ਼ੈਂਸੀ ਹੋਵੇ ਟੀਚਿੰਗ ਦੀ ਹਿੰਦੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਜੀ। ਉਸ ਤੋਂ ਬਾਅਦ ਨੌਲੇਜ ਆਫ ਕੰਪਿਊਟਰ ਐਪਲੀਕੇਸ਼ਨ ਦੀ ਹੋਣੀ ਚਾਹੀਦੀ ਹੈ। ਜੋ TGT P&HE AE ਐਂਡ V ਦੇ ਲਈ ਜੀ 44,900 ਰੁਪਏ ਤੋਂ ਲੈ ਕੇ 1,42,400 ਰੁਪਏ ਪੇਡ ਮੈਟ੍ਰਿਕਸ ਹੋਵੇਗਾ ਜੀ। 35 ਸਾਲ ਉਮਰ ਸੀਮਾ ਹੋਵੇਗੀ ਜੀ। ਡਿਗਰੀ ਤੁਸੀਂ ਨੋਟ ਕਰ ਸਕਦੇ ਹੋ P&HE ਦੇ ਲਈ ਜੀ ਬੈਚਲਰ ਡਿਗਰੀ ਹੋਵੇ ਫਿਜ਼ੀਕਲ ਐਜੂਕੇਸ਼ਨ ਦੀ ਜਾਂ 1 ਦੇ ਬਰਾਬਰ ਦੀ। TGT AE ਦੇ ਲਈ 5 ਸਾਲ ਦਾ ਤਜਰਬਾ ਹੋਵੇ ਜੀ। 5 ਸਾਲ ਦੀ ਰਿਕਗਨਾਈਜ਼ ਡਿਪਲੋਮਾ ਹੋਵੇ ਇਨ ਡਰਾਇੰਗ ਐਂਡ ਪੇਂਟਿੰਗ, ਸਕਲਪਚਰ ਦੇ ਵਿੱਚ, ਗ੍ਰਾਫਿਕ ਆਰਟ ਦੇ ਵਿੱਚ ਜੀ। ਇਕੁਵਲੈਂਟ ਰਿਕਗਨਾਈਜ਼ ਡਿਗਰੀ ਹੋਵੇ ਜੀ, ਜਾਂ ਵਰਕਿੰਗ ਨੌਲੇਜ ਆਫ ਹਿੰਦੀ ਐਂਡ ਇੰਗਲਿਸ਼ ਦੀ ਅਤੇ ਵਰਕਿੰਗ ਨੌਲੇਜ ਆਫ ਕੰਪਿਊਟਰ ਐਪਲੀਕੇਸ਼ਨ ਦੀ। TGT V ਦੇ ਲਈ ਜੀ ਇਲੈਕਟ੍ਰੀਕਲ ਗੈਜਟਸ ਐਂਡ ਇਲੈਕਟ੍ਰੋਨਿਕਸ ਦੀ ਜ਼ਰੂਰੀ ਹੈ ਜੀ। 3 ਸਾਲ ਦਾ ਡਿਪਲੋਮਾ ਹੋਵੇ ਆਫਟਰ ਹਾਇਰ ਸੈਕੰਡਰੀ ਇਨ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਜੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਜੀ, ਜਾਂ ਡਿਗਰੀ ਹੋਵੇ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ਇਨ ਇੰਜੀਨੀਅਰਿੰਗ ਦੀ, ਜਾਂ ਗ੍ਰੈਜੂਏਸ਼ਨ ਹੋਵੇ ਜੀ ਇਲੈਕਟ੍ਰੀਕਲ ਔਰ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ। ਹਿੰਦੀ ਅਤੇ ਇੰਗਲਿਸ਼ ਵਰਕਿੰਗ ਨੌਲੇਜ ਹੋਣੀ ਚਾਹੀਦੀ ਅਤੇ 1 ਸਾਲ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੋਵੇ ਕਿਸੇ ਰਿਕਗਨਾਈਜ਼ ਵਰਕਸ਼ਾਪ ਇੰਸਟੀਟਿਊਸ਼ਨ ਜਾਂ ਫੈਕਟਰੀ ਦੇ ਵਿੱਚ ਜੀ। ਨੌਲੇਜ ਆਫ ਕੰਪਿਊਟਰ ਐਪਲੀਕੇਸ਼ਨ ਦੀ ਹੋਣੀ ਜ਼ਰੂਰੀ ਹੈ ਜੀ। ਲਾਇਬ੍ਰੇਰੀਅਨ ਦੀ ਗੱਲ ਕਰੀਏ 44,900 ਰੁਪਏ ਤੋਂ ਲੈ ਕੇ 1,42,400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। 35 ਸਾਲ ਉਮਰ ਸੀਮਾ ਰੱਖੀ ਗਈ ਹੈ ਜੀ। ਲਾਇਬ੍ਰੇਰੀਅਨ ਦੀ ਪੋਸਟ ਦੇ ਲਈ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਲਾਇਬ੍ਰੇਰੀ ਸਾਇੰਸ ਦਾ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ ਜੀ। ਗ੍ਰੈਜੂਏਸ਼ਨ ਹੋਵੇ ਜਾਂ ਤੁਹਾਡੀ 1 ਈਅਰ ਡਿਪਲੋਮਾ ਹੋਵੇ ਲਾਇਬ੍ਰੇਰੀ ਸਾਇੰਸ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ, ਅਤੇ ਵਰਕਿੰਗ ਨੌਲੇਜ ਹੋਵੇ ਹਿੰਦੀ ਐਂਡ ਇੰਗਲਿਸ਼ ਦੀ, ਤਾਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ। ਰੈਮੈਟਰੀ ਟੀਚਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਲੈਵਲ 6 ਦਿੱਤਾ ਜਾਵੇ 35,400 ਤੋਂ ਲੈ ਕੇ 1,12,400 ਰੁਪਏ ਪ੍ਰਤੀ ਮਹੀਨਾ ਤਨਖਾਹ ਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਜੀ 50% ਮਾਰਕਸ ਨਾਲ +2, 50% ਮਾਰਕਸ ਨਾਲ ਜੀ ਬੈਚਲਰ ਡਿਗਰੀ ਹੋਵੇ ਮਿਊਜ਼ਿਕ ਦੇ ਵਿੱਚ ਜੀ, ਅਤੇ ਇੰਗਲਿਸ਼ ਜਾਂ ਹਿੰਦੀ ਮੀਡੀਅਮ ਦੇ ਵਿੱਚ ਪੜ੍ਹਾਉਣ ਦਾ ਤਜਰਬਾ ਹੋਵੇ ਅਤੇ ਨੌਲੇਜ ਹੋਵੇ ਕੰਪਿਊਟਰ ਐਪਲੀਕੇਸ਼ਨ ਦੀ ਜੀ। ਫਾਈਨਾਂਸ ਆਫਿਸਰ ਦੀ ਗੱਲ ਕਰੀਏ ਜੀ ਇਸ ਦੇ ਲਈ 44,900 ਤੋਂ ਲੈ ਕੇ 1,42,400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ। ਮੈਕਸੀਮਮ 35 ਸਾਲ ਉਮਰ ਸੀਮਾ ਰੱਖੀ ਗਈ ਹੈ।
ਫਾਈਨਾਂਸ ਆਫਿਸਰ ਦੇ ਲਈ ਬੀਕਾਮ ਹੋਣੀ ਲਾਜ਼ਮੀ ਹੈ ਜੀ ਤੁਹਾਡੀ 50% ਮਾਰਕਸ ਦੇ ਨਾਲ ਜੀ 4 ਸਾਲ ਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਵੇ, ਜਾਂ ਐਮ.ਕਾਮ ਹੋਵੇ 50% ਮਾਰਕਸ ਨਾਲ ਜੀ 3 ਸਾਲ ਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਵੇ ਆਡਿਟ ਐਂਡ ਅਕਾਊਂਟਸ ਵਰਕਸ ਜੀ, ਜਾਂ CA ਇੰਟਰ ਔਰ ICWA ਇੰਟਰ ਜਾਂ MBA ਫਾਈਨਾਂਸ ਔਰ ਜਾਂ PGDM ਫਾਈਨਾਂਸ 2 ਸਾਲ ਦਾ ਫੁੱਲ ਟਾਈਮ ਔਰ 3 ਸਾਲ ਦਾ ਪਾਰਟ ਟਾਈਮ ਜੀ ਵਿਦ 2 ਈਅਰ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਨੌਲੇਜ ਆਫ ਕੰਪਿਊਟਰ ਐਪਲੀਕੇਸ਼ਨ, ਤਾਂ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਜੀ। ਅਸਿਸਟੈਂਟ ਇੰਜੀਨੀਅਰ ਸਿਵਲ ਦੇ ਲਈ ਜੀ 44,900 ਤੋਂ 42,400 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਜੀ। 35 ਸਾਲ ਮੈਕਸਿਮਮ ਏਜ ਲਿਮਿਟ ਰੱਖੀ ਗਈ ਹੈ। ਗ੍ਰੈਜੂਏਸ਼ਨ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਅਤੇ 2 ਸਾਲ ਦਾ ਐਕਸਪੀਰੀਅੰਸ ਹੈ ਡਿਜ਼ਾਈਨ ਐਂਡ ਇੰਜੀਨੀਅਰਿੰਗ ਦੇ ਵਿੱਚ ਜੀ ਕੰਸਰਨਡ ਬ੍ਰਾਂਚ ਦੇ ਵਿੱਚ, ਅਤੇ 3 ਸਾਲ ਦਾ ਡਿਪਲੋਮਾ ਹੋਵੇ ਸਿਵਲ ਇੰਜੀਨੀਅਰਿੰਗ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ। 5 ਸਾਲ ਦਾ ਐਕਸਪੀਰੀਅੰਸ ਹੋਵੇ ਕੰਸਰਨਡ ਬ੍ਰਾਂਚ ਦੇ ਵਿੱਚ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਅਸਿਸਟੈਂਟ ਸੈਕਸ਼ਨ ਆਫਿਸਰ ਦੀ ਪੋਸਟ ਹੈ ਜਿਸ ਦੇ ਵਿੱਚ 35,400 ਰੁਪਏ ਤੋਂ ਲੈ ਕੇ 1,12,400 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। 35 ਸਾਲ ਦੀ ਏਜ ਲਿਮਿਟ ਰੱਖੀ ਗਈ ਹੈ। ਗ੍ਰੈਜੂਏਸ਼ਨ ਕੀਤੀ ਹੋਵੇ, 3 ਸਾਲ ਦਾ ਐਕਸਪੀਰੀਅੰਸ ਹੋਵੇ, ਅਪਰ ਡਿਵੀਜ਼ਨ ਕਲਰਕ ਇਨ ਸੈਂਟਰਲ ਸਟੇਟ ਗੌਰਮੈਂਟ ਆਟੋਨੋਮਸ ਬੋਡੀਜ਼ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਵਿੱਚ ਅਤੇ ਕੰਪਿਊਟਰ ਐਪਲੀਕੇਸ਼ਨ ਦਾ ਗਿਆਨ ਹੈ ਜੀ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਹਿੰਦੀ ਟਰਾਂਸਲੇਟਰ ਦੇ ਲਈ ਜੀ ਤੁਸੀਂ ਨੋਟ ਕਰ ਸਕਦੇ ਹੋ ਜੀ 35,400 ਤੋਂ ਲੈ ਕੇ 1,12,400 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਜੀ। 35 ਸਾਲ ਦੀ ਏਜ ਲਿਮਿਟ ਰੱਖੀ ਗਈ ਹੈ ਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਮਾਸਟਰ ਡਿਗਰੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਹਿੰਦੀ ਵਿਦ ਇੰਗਲਿਸ਼ ਐਜ ਏ ਕੰਪਲਸਰੀ ਔਰ ਇਲੈਕਟਿਵ ਸਬਜੈਕਟ ਐਜ ਏ ਮੀਡੀਅਮ ਆਫ ਐਗਜ਼ਾਮੀਨੇਸ਼ਨ ਐਟ ਡਿਗਰੀ ਲੈਵਲ ਜੀ। ਮਾਸਟਰ ਡਿਗਰੀ ਹੋਵੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਗਲਿਸ਼ ਦੇ ਵਿੱਚ ਵਿਦ ਹਿੰਦੀ ਐਜ ਏ ਕੰਪਲਸਰੀ ਔਰ ਇਲੈਕਟਿਵ ਸਬਜੈਕਟ। ਮਾਸਟਰ ਡਿਗਰੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਹਿੰਦੀ ਔਰ ਇੰਗਲਿਸ਼ ਜਾਂ ਹਿੰਦੀ ਮੀਡੀਅਮ ਦੇ ਇੰਗਲਿਸ਼ ਦੇ ਵਿੱਚ ਜੀ ਐਜ ਏ ਕੰਪਲਸਰੀ ਔਰ ਇਲੈਕਟਿਵ ਸਬਜੈਕਟ ਜੀ। ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ। ਸੀਨੀਅਰ ਸੈਕਟਰੀਏਟ ਅਸਿਸਟੈਂਟ ਦੀ ਪੋਸਟ ਹੈ ਜੀ ਜਿਸ ਦੇ ਵਿੱਚ 25,500 ਤੋਂ ਲੈ ਕੇ 81,100 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ। ਮੈਕਸੀਮਮ 30 ਸਾਲ ਦੀ ਉਮਰ ਹੈ ਜੀ ਰੱਖੀ ਗਈ ਹੈ ਜੀ। ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਗ੍ਰੈਜੂਏਸ਼ਨ ਐਕਸਪੀਰੀਅੰਸ ਹੈ 3 ਸਾਲ ਦਾ ਐਕਸਪੀਰੀਅੰਸ ਲੋਅਰ ਡਿਵੀਜ਼ਨ ਕਲਰਕ ਦੇ ਤੌਰ ਦੇ ਉੱਤੇ ਸੈਂਟਰਲ ਗੌਰਮੈਂਟ ਸਟੇਟ ਗੌਰਮੈਂਟ ਆਟੋਨੋਮਸ ਬੋਡੀਜ਼ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਵਿੱਚ ਅਤੇ ਕੰਪਿਊਟਰ ਐਪਲੀਕੇਸ਼ਨ ਦਾ ਗਿਆਨ ਹੋਵੇ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਸਟੈਨੋਗ੍ਰਾਫਰ 2 ਗ੍ਰੇਡ ਦੀਆਂ ਪੋਸਟਾਂ ਜਿਸ ਦੇ ਵਿੱਚ ਲੈਵਲ 4 ਦੇ ਵਿੱਚ 25,500 ਤੋਂ ਲੈ ਕੇ 81,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਏ। ਮੈਕਸੀਮਮ ਏਜ ਲਿਮਿਟ ਰੱਖੀ ਗਈ ਹੈ ਜੀ 27 ਸਾਲ। ਸਟੈਨੋਗ੍ਰਾਫਰ ਦੇ ਲਈ ਜੀ +2 ਤੁਸੀਂ ਪਾਸ ਕੀਤੀ ਹੈ, ਇਸ ਦੇ ਬਰਾਬਰ ਦੀ ਯੋਗਤਾ ਜਾਂ ਸਕਿੱਲ ਟੈਸਟ ਨੋਰਮਸ ਡਿਕਟੇਸ਼ਨ 10 ਮਿੰਟਸ 80 ਵਰਡ ਪਰ ਮਿੰਟ, ਟਰਾਂਸਕ੍ਰਿਪਸ਼ਨ ਹੋਣੀ ਚਾਹੀਦੀ 50 ਮਿੰਟ, ਇੰਗਲਿਸ਼ 65 ਮਿੰਟ ਜੋ ਹਿੰਦੀ ਔਨ ਕੰਪਿਊਟਰ ਦੇ ਉੱਤੇ ਹੋਣੀ ਚਾਹੀਦੀ ਜੀ। ਉਸ ਤੋਂ ਬਾਅਦ ਜੂਨੀਅਰ ਸਕੈਟਰੇਟ ਅਸਿਸਟੈਂਟ ਦੀ ਪੋਸਟ ਹੈ 19,900 ਤੋਂ ਲੈ ਕੇ 63,200 ਤਨਖਾਹ ਹੋਵੇਗੀ ਜੀ। 27 ਸਾਲ ਮੈਕਸੀਮਮ ਏਜ ਲਿਮਿਟ ਰੱਖੀ ਗਈ ਹੈ ਜੀ। ਇਸ ਦੇ ਲਈ ਤੁਸੀਂ ਨੋਟ ਕਰ ਸਕਦੇ ਹੋ +2 ਤੁਸੀਂ ਪਾਸ ਕੀਤੀ ਹੋਵੇ, ਟਾਈਪਿੰਗ ਸਪੀਡ ਹੋਵੇ 35 ਵਰਡ ਪਰ ਮਿੰਟ ਇਨ ਇੰਗਲਿਸ਼ ਅਤੇ 35 ਵਰਡ ਪਰ ਮਿੰਟ ਇਨ ਹਿੰਦੀ ਜੀ। ਕੰਪਿਊਟਰ ਵਿਸ਼ੇ ਦੀ ਜਾਣਕਾਰੀ ਹੋਵੇ ਜੀ, ਵਰਕਿੰਗ ਨੌਲੇਜ ਹੋਵੇ ਹਿੰਦੀ ਦੀ ਜੀ। ਇਹ ਰਿਲੈਕਸੇਸ਼ਨ ਅਕੋਰਡਿੰਗ ਟੂ ਜੋ ਦਿੱਤਾ ਹੋਇਆ ਜੀ ਇਹਨਾਂ ਦੇ ਰੂਲ ਦੇ ਮੁਤਾਬਕ ਹੋਵੇਗੀ, ਤੁਸੀਂ ਨੋਟ ਕਰ ਲੈਣਾ ਜੀ। ਉਸ ਤੋਂ ਬਾਅਦ ਕੱਟ ਆਫ ਹੋਵੇਗੀ ਜੀ ਜੋ ਹੈ ਤੁਹਾਡਾ ਪੇਪਰ ਹੋਵੇਗਾ ਉਸ ਦੇ ਆਧਾਰ ਦੇ ਉੱਤੇ ਜੀ। ਕੁਛ ਟਰਮ ਐਂਡ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ, ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣੀਆਂ ਨੇ ਜੀ। ਕੰਪਿਊਟਰ ਬੇਸਡ ਟੈਸਟ ਲਿਆ ਜਾਵੇਗਾ ਜੀ, ਤੁਸੀਂ ਨੋਟ ਕਰ ਸਕਦੇ ਹੋ। ਟੈਸਟ ਸੈਂਟਰ ਹੋਣਗੇ ਜੀ ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ ਵਿਖੇ ਟੈਸਟ ਸੈਂਟਰ ਹੋਣਗੇ ਜੀ। ਇਹ ਤੁਸੀਂ ਨੋਟ ਕਰ ਸਕਦੇ ਹੋ। ਤੁਸੀਂ ਅਪਲਾਈ ਕਿਵੇਂ ਕਰਨਾ ਹੈ ਜੀ? ਔਨਲਾਈਨ ਅਪਲਾਈ ਕਰਨਾ ਹੈ। ਅਪਲਾਈ ਕਰਨ ਦੇ ਲਈ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਪਹੁੰਚਣਾ ਹੋਵੇਗਾ ਜੀ, ਤੁਸੀਂ ਉੱਥੇ ਫਿਲ ਕਰ ਸਕਦੇ ਹੋ ਜੀ। ਫੀਸ ਤੁਸੀਂ ਪੇ ਕਰਨੀ ਹੋਵੇ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਤੁਸੀਂ ਚੈੱਕ ਕਰ ਸਕਦੇ ਹੋ। ਅਸਿਸਟੈਂਟ ਕਮਿਸ਼ਨਰ ਲਈ 2300 ਰੁਪਏ ਜੀ, ਪ੍ਰਿੰਸੀਪਲ ਲਈ 2300, ਵਾਈਸ ਪ੍ਰਿੰਸੀਪਲ ਲਈ 2300, ਫਾਈਨਾਂਸ ਆਫਿਸਰ ਲਈ 1500, ਅਸਿਸਟੈਂਟ ਇੰਜੀਨੀਅਰ ਲਈ 1500, PGT ਲਈ 1500, TGT ਲਈ 1500, ਲਾਇਬ੍ਰੇਰੀਅਨ ਲਈ 1500, PRT ਮਿਊਜ਼ਿਕ ਲਈ 1500, ਅਸਿਸਟੈਂਟ ਸੈਕਸ਼ਨ ਆਫਿਸਰ ਦੇ ਲਈ 1500, ਹਿੰਦੀ ਟਰਾਂਸਲੇਟਰ ਲਈ 1500, ਸੀਨੀਅਰ ਸਕੈਟਰੇਟ ਅਸਿਸਟੈਂਟ ਲਈ 1200, ਸਟੈਨੋਗ੍ਰਾਫਰ ਗ੍ਰੇਡ 2 ਦੇ ਲਈ 1200 ਅਤੇ ਜੂਨੀਅਰ ਸਕੈਟਰੇਟ ਅਸਿਸਟੈਂਟ ਲਈ 1200 ਰੁਪਏ ਫੀਸ ਰੱਖੀ ਗਈ ਹੈ। ਉਸ ਤੋਂ ਬਾਅਦ ਜੀ ਪ੍ਰਿੰਟ ਆਊਟ ਲੈਣਾ ਜੀ ਤੁਸੀਂ ਔਨਲਾਈਨ ਐਪਲੀਕੇਸ਼ਨ ਦਾ, ਅਤੇ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਉਹਦੇ ਉੱਤੇ ਲਗਾ ਕੇ ਇਹਨੂੰ ਸੰਭਾਲ ਕੇ ਰੱਖਣਾ ਐਜ ਏ ਰਿਕਾਰਡ ਤੁਸੀਂ ਜੀ। ਇਹ ਕੁਝ ਟਰਮ ਐਂਡ ਕੰਡੀਸ਼ਨਸ ਨੇ, ਤੁਸੀਂ ਪੜ੍ਹ ਲੈਣੀਆਂ ਨੇ। ਅਤੇ ਜੀ ਔਨਲਾਈਨ ਸਬਮਿਸ਼ਨ ਆਫ KBS ਵੈਬਸਾਈਟ ਦੇ ਉੱਤੇ ਜੀ 5/12/2022 ਤੋਂ 10 ਵਜੇ ਤੋਂ ਸ਼ੁਰੂ ਹੋ ਜਾਵੇਗੀ, ਅਤੇ ਲਾਸਟ ਡੇਟ ਹੈ ਜੀ 26/12/2022। ਡੇਟ ਆਫ ਰਿਟਨ ਟੈਸਟ ਦੀ ਤੁਹਾਨੂੰ ਨੋਟੀਫਾਈ ਕਰਵਾ ਦਿੱਤੀ ਜਾਏਗੀ KBS ਦੀ ਵੈਬਸਾਈਟ 'ਤੇ ਜੀ।
ਇਹ ਸੀ ਪੂਰਾ ਨੋਟੀਫਿਕੇਸ਼ਨ। ਸਾਡਾ ਨੋਟੀਫਿਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਪਲੱਸ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਮਿਲ ਜਾਵੇਗਾ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਉਂਦੇ ਹਾਂ, ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ ਰੱਬ ਰਾਖਾ।